ਦਲਜੀਤ ਸਿੰਘ ਜਿੱਥੇ ਪੰਜਾਬੀ ਪੰਜਾਬ ਤੋਂ ਬਾਅਦ ਆਪਣਾ ਦੂਜਾ ਘਰ ਕੈਨੇਡਾ ਨੂੰ ਸਮਝਦੇ ਨੇ ਅਤੇ ਉਹ ਕੈਨੇਡਾ ਨੂੰ ਇਸ ਹੱਦ ਤੱਕ ਆਪਣਾ ਘਰ ਸਮਝਦੇ ਨੇ ਕਿ ਜਿਵੇਂ ਹੁੰਦਾ ਨਹੀਂ ਆਪਾਂ ਇੱਕ ਘਰ ਦੂਜੇ ਘਰ ਜਾਈਏ ਜਾਂ ਕਿਤੇ ਜਾਈਏ ਤੇ ਆਪਾਂ ਪਰਵਾਹ ਨਹੀਂ ਕਰਦੇ ਕਿ ਜੋ ਹੈ ਉੱਥੇ ਆਪਣਾ ਹੀ ਘਰ ਹੈ, ਉੱਥੇ ਜਾ ਕੇ ਆਪਾਂ ਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਹੀ ਨਹੀਂ, ਕੋਈ ਫਿਕਰ ਹੀ ਨਹੀਂ, ਕੋਈ ਸਮੱਸਿਆ ਹੀ ਨਹੀਂ ਆਉਣ ਵਾਲੀ। ਇਸ ਨੂੰ ਲੈ ਕੇ ਇੱਕ ਜੋ ਹੁਣ ਸਮੱਸਿਆ ਸਾਹਮਣੇ ਆ ਰਹੀ ਹੈ ਉਹ ਮੈਂ ਤੁਹਾਨੂੰ ਦੱਸਣ ਲੱਗਿਆ ਕੀ ਹੈ। ਇੱਥੋਂ ਦੀ ਪੰਜਾਬ ਤੋਂ ਨੌਜਵਾਨ ਕੈਨੇਡਾ ਆਪਣਾ ਸਟੱਡੀ ਵੀਜ਼ਾ ਲਵਾ ਕੇ ਚਲੇ ਜਾਂਦੇ ਨੇ। ਉੱਥੇ ਜਾ ਕੇ ਫਿਰ ਉਹਨਾਂ ਨੂੰ ਦਿੱਕਤ ਕੀ ਆਉਂਦੀ ਹੈ, ਉੱਥੇ ਜਾ ਕੇ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਕੰਮ ਨਹੀਂ ਮਿਲਦਾ। ਕਈ ਮਹੀਨੇ ਉਹ ਬਿਨਾਂ ਰੁਜ਼ਗਾਰ ਤੋਂ ਰਹਿੰਦੇ ਨੇ ਤੇ ਘਰਦਿਆਂ ਵਾਸਤੇ ਵੀ ਉਹ ਖਰਚਾ ਕਰਨਾ ਕੈਨੇਡਾ ਦੇ ਮੁਕਾਬਲੇ ਦੇ ਵਿੱਚ ਔਖਾ ਹੋ ਜਾਂਦਾ ਹੈ। ਉਹਨਾਂ ਨੌਜਵਾਨਾਂ ਵਾਸਤੇ ਕੀ ਹੋਣਗੇ ਜੋ ਬਿਨਾਂ ਰੁਜ਼ਗਾਰ ਦਾ ਆਪਣਾ ਹਿਸਾਬ ਕਿਤਾਬ ਜਿਹਨਾਂ ਦਾ ਰੁਜ਼ਗਾਰ ਉਹ ਨਹੀਂ ਪੱਕਾ ਕਰਕੇ ਜਾਂਦੇ ਤਾਂ ਉਹਨਾਂ ਦਾ ਕੀ ਹੱਲ ਹੈ। ਜੇ ਉੱਥੇ ਪਹੁੰਚ ਵੀ ਗਏ ਨੇ, ਜੇ ਨਹੀਂ ਵੀ ਮਿਲਦਾ ਪਿਆ ਤਾਂ ਉਹਨਾਂ ਨੂੰ ਉੱਥੇ ਕੀ ਕਰਨਾ ਚਾਹੀਦਾ ਹੈ, ਉਹ ਸਾਡੇ ਦਰਸ਼ਕਾਂ ਦੇ ਨਾਲ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਦੇਖੋ, ਜਿਹੜੀ ਜਵਾਨੀ ਹੁੰਦੀ ਹੈ ਨਾ, ਉਹ ਕੁਛ ਨਾ ਕੁਛ ਕਰਨ ਨੂੰ ਕਾਹਲੀ ਹੁੰਦੀ ਹੈ। ਮਤਲਬ ਟੀਨ ਏਜ ਦੇ ਬਾਅਦ ਜਦੋਂ 19 ਤੋਂ ਬਾਅਦ ਜਦੋਂ 20 ਜਾਂ ਫਿਰ 21 22 23 ਆ ਜਿਹੜਾ ਸਾਲ ਹੁੰਦੇ ਨੇ ਨਾ ਬੰਦੇ ਦੇ, ਇਹ ਬਹੁਤ ਮਤਲਬ ਕਿ ਇੰਪੋਰਟੈਂਟ ਤੇ ਇਹਦੇ ਵਿੱਚ ਜਵਾਨੀ ਕਹਿੰਦੇ ਹੁੰਦੇ ਨਾ ਇਹਨੂੰ, ਇਹਦੇ ਵਿੱਚ ਕੁਝ ਕਰਨਾ ਮੰਗਦੀ ਹੈ ਜਵਾਨੀ, ਕਿ ਕੁਝ ਕਰੀਏ, ਜਜ਼ਬਾ ਹੁੰਦਾ। ਇਸੇ ਕਰਕੇ ਨੌਜਵਾਨੀ ਨੂੰ ਕਿਸੇ ਵੀ ਦੇਸ਼ ਕਿਸੇ ਵੀ ਸਟੇਟ ਵਾਸਤੇ ਜਿਹੜਾ ਹੈ ਉਹ ਕਰੀਮ ਮੰਨਿਆ ਜਾਂਦਾ ਹੈ ਕਿ ਜਿਸ ਦੇਸ਼ ਦੇ ਵਿੱਚ ਨੌਜਵਾਨੀ ਜਿਹੜੀ ਹੈ ਉਹ ਹੋਵੇ, ਵਧੀਆ ਮਤਲਬ ਕਿ ਹੋਵੇ, ਤਾਂ ਉਹ ਦੇਸ਼ ਹਮੇਸ਼ਾ ਤਰੱਕੀ ਕਰਦਾ। ਸੋ ਸਾਡੇ ਵੀ ਜਿਹੜੇ ਪੰਜਾਬ ਤੋਂ ਨੌਜਵਾਨ ਨੇ ਕੈਨੇਡਾ ਦੀ ਧਰਤੀ ਨੂੰ ਸੁਪਨੇ ਲੈ ਕੇ ਜਾਂਦੇ ਆ। ਸੁਪਨੇ ਇਹ ਹੁੰਦੇ ਨੇ ਕਿ 6 ਮਹੀਨਿਆਂ ਦੇ ਵਿੱਚ ਕਰਜ਼ਾ ਲਾ ਦੇਾਂਗੇ, 1 ਸਾਲ ਦੇ ਵਿੱਚ ਘਰ ਲਿਆ ਜਾਊਗਾ, ਅਗਲੇ ਸਾਲ ਯਾਨੀ ਕਿ ਦੂਜੇ ਸਾਲ ਦੇ ਵਿੱਚ ਅਸੀਂ ਬ੍ਰਾਂਡਡ ਕੱਪੜੇ ਪਾਉਣ ਲੱਗ ਪਾਂਗੇ ਤੇ ਉਸ ਤੋਂ ਅਗਲੇ 6 ਮਹੀਨਿਆਂ ਬਾਅਦ ਅਸੀਂ ਕੋਈ ਵੱਡੀ ਗੱਡੀ ਵੀ ਲੈ ਲਵਾਂਗੇ। ਸੋ ਇਸ ਤਰ੍ਹਾਂ ਦੇ ਕੁਝ ਸੁਪਨੇ ਹੁੰਦੇ ਨੇ ਜਿਹੜੇ ਅਸੀਂ ਕੈਨੇਡਾ ਲੈ ਕੇ ਜਾਂਦੇ ਆ, ਤੇ ਜਦੋਂ ਜਹਾਜ਼ ਲੈਂਡ ਕਰਦਾ ਹੈ ਫਿਰ ਅਸਲ ਸਿਚੁਏਸ਼ਨਸ ਦਾ ਸਾਹਮਣਾ ਜਦੋਂ ਕਰਨਾ ਪੈਂਦਾ ਹੈ ਕਿ ਲੈ ਸਭ ਤੋਂ ਪਹਿਲਾਂ ਤੇ ਹੁਣ ਘਰ ਚਾਹੀਦਾ, ਰੂਮ ਚਾਹੀਦਾ, ਉਹ ਨਹੀਂ ਮਿਲ ਰਿਹਾ, ਉਹ ਇੱਕ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ। ਉਸ ਤੋਂ ਬਾਅਦ ਕਿਹਾ ਜਾਂਦਾ ਕਿ ਕੰਮ ਤਾਂ ਭਾਈ ਅੱਜ ਕੱਲ੍ਹ ਘਟੇ ਹੋਏ ਨੇ, ਫਿਰ ਉਹ ਦੂਸਰੀ ਪ੍ਰੋਬਲਮ ਜਿਹੜੀ ਸ਼ੁਰੂ ਹੋ ਜਾਂਦੀ ਹੈ। ਫਿਰ ਜਗ੍ਹਾ ਜਗ੍ਹਾ ਜਾ ਕੇ ਹੱਥ ਦੇ ਵਿੱਚ ਆਪਣੇ CV ਫੜ ਕੇ ਪ੍ਰਿੰਟ ਆਊਟ ਕਢਾ ਕੇ ਤੇ ਜਗ੍ਹਾ ਜਗ੍ਹਾ ਵੰਡਣੇ ਪੈਂਦੇ ਨੇ, ਦੇਣੇ ਪੈਂਦੇ ਨੇ। ਕੋਈ ਰੈਸਟੋਰੈਂਟ ਹੋ ਗਏ ਜਾਂ ਫਿਰ ਹੋਰ ਕੰਮ ਹੋ ਗਏ, ਫੈਕਟਰੀਆਂ ਹੋ ਗਈਆਂ। ਸੋ ਜੇ ਕਿਸੇ ਨੂੰ ਪਸੰਦ ਆਉਂਦਾ, ਜੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਉਹ ਬੰਦੇ ਨੂੰ ਸੱਦ ਲੈਂਦਾ, ਅਦਰਵਾਈਜ਼ ਫਿਰ ਘਰ ਬਹਿਣਾ ਪੈਂਦਾ। ਸੋ ਇਹ ਕੋਈ ਵੱਡੀ ਗੱਲ ਨਹੀਂ ਹੈ। ਇਹ ਇਹਨਾਂ ਮੁਲਕਾਂ ਦੇ ਵਿੱਚ ਸਿਰਫ ਸਾਡੇ ਨੌਜਵਾਨ ਹੀ ਨਹੀਂ, ਦੂਸਰੇ ਮੁਲਕਾਂ ਤੋਂ ਆਏ ਹੋਏ ਲੋਕ ਵੀ ਜਾਂ ਫਿਰ ਕੈਨੇਡੀਅਨ ਗੋਰੇ ਵੀ ਜਿਹੜੇ ਨੇ ਉਹ ਬੇਰੁਜ਼ਗਾਰੀ ਦਾ ਸਾਹਮਣਾ ਕਰਦੇ ਨੇ, ਉਹਨਾਂ ਨੂੰ ਵੀ ਕੰਮ ਲੱਭਣ ਦੇ ਵਿੱਚ ਦਿੱਕਤ ਆਉਂਦੀ ਹੈ। ਸੋ ਇਸ ਤਰ੍ਹਾਂ ਤਾਂ ਹੈ ਨਹੀਂ ਕਿ ਤੁਹਾਡੇ ਆਲਰੇਡੀ ਕੰਟਰੈਕਟ ਹੋਏ ਹੋਏ ਨੇ ਫੈਕਟਰੀਆਂ, ਕੰਪਨੀਆਂ, ਰੈਸਟੋਰੈਂਟਾਂ ਦੇ ਵਿੱਚ ਕਿ ਤੁਸੀਂ ਅੱਜ ਲੈਂਡ ਕਰੋ ਤੇ ਅਗਲੇ ਦਿਨ ਤੁਹਾਨੂੰ ਲੈਣ ਆ ਜਾਣਗੇ। ਇਸ ਤਰ੍ਹਾਂ ਨਹੀਂ ਹੁੰਦਾ। ਮਤਲਬ ਇੱਕ ਤਾਂ ਤੁਸੀਂ ਇਹ ਦੇਖੋ ਨਾ ਕਿ ਇੱਕ ਆਪਣੀ ਜ਼ਮੀਨ ਛੱਡ ਕੇ ਤੁਸੀਂ 12-15 ਹਜ਼ਾਰ ਕਿਲੋਮੀਟਰ ਦੂਰ ਜਾ ਰਹੇ ਹੋ, ਜਿੱਥੇ ਤੁਹਾਡਾ ਕੋਈ ਵਾਲੀ ਵਾਰਸ ਵੀ ਨਹੀਂ ਹੈ, ਜਿੱਥੇ ਦਾ ਤੁਹਾਨੂੰ ਮਾਹੌਲ ਦਾ ਪਤਾ ਵੀ ਨਹੀਂ ਹੈ। ਇੱਥੋਂ ਤੱਕ ਛੱਡੋ ਕਿ ਉੱਥੋਂ ਦੀਆਂ ਹਵਾਵਾਂ ਵੀ ਜਿਹੜੀਆਂ ਨੇ ਉਹ ਵੱਖਰੀਆਂ ਨੇ ਤੁਹਾਡੇ ਪੰਜਾਬ ਤੋਂ। ਸੋ ਤੁਸੀਂ ਜਾ ਕੇ ਕਹਿੰਦੇ ਹੋ ਕਿ ਅਗਲੇ ਦਿਨ ਕੰਮ ਮਿਲ ਜੇ, ਇਸ ਤਰ੍ਹਾਂ ਤੇ ਨਾਮੁਮਕਿਨ ਹੈ। ਮਿਲ ਵੀ ਜਾਂਦੇ ਆ, ਬਹੁਤ ਜਣਾਂ ਨੂੰ ਮਿਲ ਵੀ ਜਾਂਦੇ ਆ, ਚਲੋ ਉਹਨਾਂ ਦਾ ਲੱਕ ਹੁੰਦਾ, ਮਤਲਬ ਚੰਗੀ ਕਿਸਮਤ ਹੈ ਕਿ ਮਿਲ ਜਾਂਦੇ ਆ। ਪਰ ਜੇ ਤੁਸੀਂ ਇਹ ਸੋਚੋ ਕਿ ਜਾਂਦਿਆਂ ਮੈਨੂੰ ਕੰਮ ਕਿਉਂ ਨਹੀਂ ਮਿਲਿਆ, ਮੈਨੂੰ 1 ਮਹੀਨਾ ਹੋ ਗਿਆ ਮੈਨੂੰ ਕੰਮ ਕਿਉਂ ਨਹੀਂ ਮਿਲਿਆ। ਦੁਨੀਆ ਹੈ ਇਸ ਵੇਲੇ ਇੱਕ ਆਪਾਂ ਕਹਿ ਲਈਏ ਕਿ ਕ੍ਰੂਸ਼ਲ ਟਾਈਮ ਦੇ ਵਿੱਚੋਂ ਲੰਘ ਰਹੀ ਹੈ, ਤੰਗੀ ਭਰਿਆ ਸਮਾਂ ਹੈ। ਕੋਵਿਡ ਤੋਂ ਬਾਅਦ ਬਹੁਤ ਕੁਝ ਜਿਹੜਾ ਹੈ ਚੇਂਜ ਹੋਇਆ, ਦੁਨੀਆ ਦੇ ਵਿੱਚ ਚੇਂਜਸ ਆਈਆਂ ਨੇ। ਸੋ ਬੜੇ ਵੱਡੇ ਕਾਰੋਬਾਰ ਬੰਦ ਹੋ ਗਏ, ਵੱਡੇ ਸਟੋਰ ਬੰਦ ਹੋ ਗਏ, ਵੱਡੀਆਂ ਕੱਪੜਿਆਂ ਦੀਆਂ ਕੰਪਨੀਆਂ ਜਿਹੜੀਆਂ ਨੇ ਉਹ ਬੰਦ ਕਰਕੇ ਤਾਲੇ ਲਾ ਕੇ ਘਰਾਂ ਨੂੰ ਚਲੇ ਗਏ। ਸੋ ਜਿਹੜਾ ਆਨਲਾਈਨ ਕੰਮ ਸੀ, ਜਿਵੇਂ ਐਮਾਜ਼ੋਨ ਜਾਂ ਇਹੋ ਜਿਹੇ ਹੋਰ ਕੰਮ ਸੀਗੇ, ਜਿਹੜੇ ਊਬਰ ਵਰਗੀਆਂ ਜਿਹੜੀਆਂ ਕੰਪਨੀਆਂ ਹੈਗੀਆਂ, ਸੋ ਇਹਨਾਂ ਦੀ ਆਮਦਨ ਦੇ ਵਿੱਚ ਵਾਧਾ ਹੋਇਆ। ਪਰ ਜਿਹੜੇ ਸਟੋਰ ਸੀਗੇ, ਜਿਵੇਂ ਆਪਾਂ ਕਹਿ ਦਿੰਦੇ ਆ ਵੀ ਹਾਈ ਸਟਰੀਟ ਤੇ ਸ਼ਾਪਸ ਹੁੰਦੀਆਂ ਜਾਂ ਸ਼ਾਪਿੰਗ ਮਾਲਾਂ ਦੇ ਵਿੱਚ ਜਿਹੜੇ ਸ਼ਾਪਸ ਹੁੰਦੀਆਂ, ਸੋ ਇਹਨਾਂ ਦਾ ਕੰਮ ਡਾਊਨ ਹੋਇਆ। ਮਤਲਬ ਆਪਾਂ ਫਿਰ ਇਹ ਕਹਿ ਲਈਏ ਕਿ ਜਿਹੜੀ ਫਿਜ਼ੀਕਲ ਪ੍ਰੈਜ਼ੈਂਸ ਸੀਗੀ ਲੋਕਾਂ ਦੀ ਉਹ ਘਟ ਗਈ, ਘਰਾਂ ਦੇ ਵਿੱਚੋਂ ਰਹਿ ਕੇ ਜ਼ਿਆਦਾ ਕੰਮ ਜਿਹੜੇ ਆ ਉਹਨਾਂ ਨੂੰ ਪ੍ਰੈਫਰੈਂਸ ਦੇਣ ਲੱਗ ਪਏ ਲੋਕ। ਇਹ ਵੱਡਾ ਕਾਰਨ ਜਿਹੜਾ ਕੋਵਿਡ ਤੋਂ ਬਾਅਦ ਹੈ ਕਿ ਕੰਮ ਜਿਹੜੇ ਨੇ ਉਹ ਘਟ ਗਏ ਆ। ਮੈਂ ਜਿਵੇਂ ਪਹਿਲਾਂ ਕਿਹਾ ਕਿ ਸਿਰਫ ਸਾਡੇ ਪੰਜਾਬੀ ਨੌਜਵਾਨ ਹੀ ਨਹੀਂ, ਕੈਨੇਡਾ ਦੇ ਵਿੱਚ ਕੈਨੇਡੀਅਨ ਗੋਰੇ ਵੀ ਜਿਹੜੇ ਨੇ ਉਹ ਕੰਮ ਲੱਭਦੇ ਆ, ਉਹਨਾਂ ਨੂੰ ਵੀ ਕੰਮ ਲੱਭਣਾ ਪੈਂਦਾ, ਉਹਨਾਂ ਨੂੰ ਵੀ CV ਲੈ ਕੇ ਜਿਹੜਾ ਘੁੰਮਣਾ ਪੈਂਦਾ। ਇਹ ਦੇਸ਼ ਦਾ ਇੱਕ ਸਿਸਟਮ ਹੈਗਾ। ਹੁਣ ਜਦੋਂ ਤੁਸੀਂ ਗੱਲ ਕਰਦੇ ਹੋ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚ ਤਾਂ ਆ ਜਾ ਕੇ ਇਹ ਹੁੰਦਾ ਵੀ ਰੈਡੀਮੇਡ ਵਾਲੀਆਂ ਦੁਕਾਨਾਂ ਦੇ ਉੱਤੇ ਲੱਗ ਜਾਓ ਤੇ 10-12 ਹਜ਼ਾਰ ਰੁਪਈਆ ਤੁਹਾਨੂੰ 30 ਦਿਨ ਬਾਅਦ ਉਹ ਫੜਾ ਦਿੰਦੇ ਆ ਤੇ ਇੰਨੇ 'ਚ ਹੀ ਗੁਜ਼ਾਰਾ ਕਰਨਾ ਪੈਂਦਾ।
ਪਰ ਹੁਣ ਜਦੋਂ ਤੁਸੀਂ ਗੱਲ ਕੈਨੇਡਾ ਦੀ ਕਰਦੇ ਹੋ, ਜਿੱਥੇ ਲੱਖਾਂ ਰੁਪਈਆ ਤੁਸੀਂ ਮਹੀਨੇ ਦਾ ਬਣਾਉਣਾ ਹੈ, ਡਾਲਰਾਂ ਦੇ ਵਿੱਚ ਕੰਮ ਕਰਨਾ ਹੈ, ਤਾਂ ਉਹਦੇ ਲਈ ਫਿਰ ਥੋੜੀ ਠੰਡ ਵੀ ਰੱਖਣੀ ਚਾਹੀਦੀ ਹੈ। ਥੋੜਾ ਕਾਮ ਡਾਊਨ ਰਹਿ ਕੇ ਸਾਨੂੰ ਦੇਖਣਾ ਚਾਹੀਦਾ ਹੈ, ਸਮੇਂ ਦੀ ਨਜ਼ਾਕਤ ਨੂੰ ਸਮਝਣਾ ਚਾਹੀਦਾ ਹੈ। ਜੇ ਤੁਹਾਨੂੰ 1 ਮਹੀਨਾ ਕੰਮ ਨਹੀਂ ਮਿਲਦਾ, 2 ਮਹੀਨੇ ਕੰਮ ਨਹੀਂ ਮਿਲਦੇ, ਤਾਂ ਇਹਦੇ ਵਿੱਚ ਨਿਰਾਸ਼ ਹੋਣ ਵਾਲੀ ਕੋਈ ਗੱਲ ਨਹੀਂ ਹੈ। ਤੁਸੀਂ ਰਹਿਣਾ ਕੈਨੇਡਾ, ਸਾਰੀ ਜ਼ਿੰਦਗੀ ਤੁਸੀਂ ਕੈਨੇਡਾ ਦੇ ਵਿੱਚ ਕੱਢਣੀ ਹੈ, ਤੇ ਇਹਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਵਿਹਲੇ ਹੀ ਬੈਠੇ ਰਹੋਗੇ। ਇੱਕ ਦਿਨ ਤੁਹਾਡਾ ਵੀ ਆਉਣਾ ਹੈ, ਜਿਸ ਦਿਨ ਤੁਸੀਂ ਕੰਮ ਤੇ ਵੀ ਲੱਗ ਜਾਣਾ ਹੈ, ਵਧੀਆ ਕੰਮ ਤੇ ਵੀ ਲੱਗ ਜਾਣਾ, ਤੇ ਉਸ ਤੋਂ ਬਾਅਦ ਫਿਰ ਲੰਬੀਆਂ ਸ਼ਿਫਟਾਂ ਲਾ ਕੇ ਤੁਹਾਡਾ ਜਿਹੜਾ ਹੈ ਉਹ ਥਕਾਵਟ ਵੀ ਹੋਣੀ ਹੈ। ਫਿਰ ਤੁਸੀਂ ਇਹ ਵੀ ਕਹਿੰਦੇ ਫਿਰਨਾ ਦੋਸਤਾਂ ਨੂੰ ਕਿ ਨੀਂਦ ਨਹੀਂ ਪੂਰੀ ਹੁੰਦੀ ਬਈ। ਸੋ ਇਹ ਵੀ ਇੱਕ ਵਾਰੀ ਹਾਲਾਤ ਆ ਜਾਂਦੇ ਹੁੰਦੇ ਆ। ਸਮੇਂ ਦਰ ਸਮੇਂ ਸਾਰਾ ਕੁਝ ਚੱਲਦਾ ਹੈ। ਕਾਲੇ ਪੈਣ ਦੇ ਨਾਲ ਕੰਮ ਖਰਾਬ ਹੁੰਦੇ ਨੇ, ਫਿਰ ਉਹਦੇ ਵਿੱਚੋਂ ਹਾਰਟ ਅਟੈਕ ਨਿਕਲਦੇ ਆ, ਡਿਪਰੈਸ਼ਨ ਨਿਕਲਦਾ, ਉਹ ਸਾਰਾ ਕੁਝ ਹੁੰਦਾ। ਸੋ ਜਦੋਂ ਵੀ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਹੋ, ਇਹ ਚੀਜ਼ਾਂ ਆਪਣੇ ਮਨ ਦੇ ਵਿੱਚ ਬਿਠਾ ਕੇ ਚੱਲੋ ਕਿ ਭਾਈ 1 ਮਹੀਨਾ ਨਹੀਂ, 2 ਮਹੀਨੇ ਨਹੀਂ, 3 ਮਹੀਨੇ ਵੀ ਹੋ ਸਕਦਾ ਸਾਨੂੰ ਕੰਮ ਨਾ ਮਿਲੇ, ਪਰ ਅਖੀਰ ਤੁਹਾਨੂੰ ਕੰਮ ਮਿਲ ਜਾਣਾ ਹੈ। ਸਿਸਟਮ ਜਿਹੜਾ ਤੁਹਾਨੂੰ ਹੌਲੀ ਹੌਲੀ ਆਪਣੇ ਵਿੱਚ ਸਮਾਉਂਦਾ ਹੈ। ਕਿਸੇ ਸਿਸਟਮ ਦੇ ਵਿੱਚ ਨਵੇਂ ਚਲੇ ਜਾਓ ਤੁਸੀਂ, ਉਹ ਤੁਹਾਨੂੰ ਸਿਸਟਮ ਐਕਸੈਪਟ ਕਰਨਾ ਪਊਗਾ। ਮਤਲਬ ਕਿ ਤੁਸੀਂ ਜਾਣਾ ਹੈ ਉਸ ਸਿਸਟਮ ਦੇ ਵਿੱਚ, ਉਹ ਸਿਸਟਮ ਤੁਹਾਡੇ ਵਿੱਚ ਨਹੀਂ ਆ ਰਿਹਾ, ਤੁਸੀਂ ਉਸ ਸਿਸਟਮ ਦੇ ਵਿੱਚ ਜਾਣਾ ਹੈ, ਰਲਣਾ ਹੈ। ਫਿਰ ਤੁਹਾਨੂੰ ਜੌਬਾਂ ਲੱਭਣੀਆਂ ਵੀ ਪੈਣੀਆਂ, ਤਰਲੇ ਵੀ ਮਾਰਨੇ ਪੈਣੇ ਆ, ਫੋਨ ਵੀ ਘੁਮਾਉਣੇ ਪੈਣੇ ਆ। ਇੱਕ ਦਿਨ ਉਹ ਆਉਣਾ ਜਦੋਂ ਤੁਹਾਡਾ ਫਿਰ ਕੰਮ ਵੀ ਸੈੱਟ ਹੋ ਜਾਣਾ ਹੈ। ਫਿਰ ਤੁਹਾਡੇ ਜਿਹੜੇ ਸੁਪਨੇ ਆ ਹੌਲੀ ਹੌਲੀ ਉਹ ਵੀ ਸਾਕਾਰ ਹੋਣ ਲੱਗ ਪੈਣੇ ਆ, ਤੇ ਤੁਸੀਂ ਇੱਥੇ ਹੀ ਇੱਕ ਦਿਨ ਫੈਮਲੀਆਂ ਵਾਲੇ ਵੀ ਬਣ ਜਾਣਾ ਹੈ, ਤੇ ਤੁਸੀਂ ਯਾਦ ਕਰਿਆ ਕਰਨੇ ਆਪਣੇ ਸਟਰਗਲ ਦੇ ਦਿਨ। ਐਗਜ਼ਾਮਪਲ ਦੇ ਦਿੰਦਾ ਮੈਂ ਤੁਹਾਨੂੰ, ਦੇ ਦਿੰਦਾ ਕਿ ਮੰਨ ਲਓ ਇੱਕ ਗਲਾਸ ਹੈ, ਗਲਾਸ ਦੇ ਵਿੱਚ ਤੁਸੀਂ ਪਾਣੀ ਜਾਂ ਚਾਹ ਦੀ ਉਦਾਹਰਣ ਜਾਂ ਦੁੱਧ ਦੀ ਉਦਾਹਰਣ ਲੈ ਲੈਂਦੇ ਆ। ਇੱਕ ਗਲਾਸ ਦੇ ਵਿੱਚ ਤੁਸੀਂ ਦੁੱਧ ਪਾਉਣ ਲੱਗ ਪਓ, ਉਹ ਜਿੱਥੋਂ ਤੱਕ ਤਾਂ ਗਲਾਸ ਦੁੱਧ ਨੂੰ ਆਪਣੇ ਅੰਦਰ ਰੱਖ ਸਕਦਾ, ਜਿੰਨਾ ਉਹਦਾ ਸਾਈਜ਼ ਹੈ 300 ml 400 ml ਜਾਂ 200 ml, ਉਹਨਾਂ ਤਾਂ ਉਹ ਦੁੱਧ ਪੈ ਜਾਊਗਾ ਉਹਦੇ ਵਿੱਚ। ਜਦੋਂ 200 ml ਤੋਂ ਬਾਅਦ ਤੁਸੀਂ ਦੁੱਧ ਉਹਦੇ ਵਿੱਚ ਪਾਈ ਗਏ, ਉਹ ਡੁੱਲਣ ਲੱਗ ਪੈਣਾ। ਇਹ ਉਦਾਹਰਣ ਮੇਰੀ ਸਮਝਿਓ ਕਿ ਹੁਣ ਅੱਜ ਕੈਨੇਡਾ, ਇੰਗਲੈਂਡ ਦੇ ਹਾਲਾਤ ਇਹੋ ਜਿਹੇ ਹੋਏ ਨੇ ਕਿ ਜਿੰਨੀ ਕੁ ਤਾਂ ਲੋੜ ਸੀ, ਜਿੰਨੇ ਕੁ ਵਰਕਰ ਚਾਹੀਦੇ ਸੀ, ਉਹ ਤਾਂ ਆ ਗਏ। ਹੁਣ ਉੱਤੋਂ ਹੋਰ ਵਰਕਰ ਆਈ ਜਾਂਦੇ ਆ, ਨਿਤ ਦਿਨ ਜਹਾਜ਼ ਲੈਂਡ ਹੋ ਰਹੇ ਨੇ। ਸੋ ਹੁਣ ਫਿਰ ਉਹ ਬਾਹਰ ਹੀ ਡੁੱਲਣੇ, ਫਿਰ ਉਹ ਬੇਕਦਰੀ ਹੋਣੀ ਹੈ। ਉਹ ਦੁੱਧ ਜਿਹੜਾ ਹੈ ਉਹ ਡੁੱਲਣਾ। ਜੇ ਤੁਸੀਂ ਵਾਸ਼ ਬੇਸ਼ਨ ਦੇ ਉੱਪਰ ਰੱਖ ਕੇ ਜਾਂ ਫਿਰ ਜਿਹੜੀਆਂ ਕਿਚਨ ਦੇ ਵਿੱਚ ਹੌਦੀਆਂ ਹੁੰਦੀਆਂ ਉੱਥੇ ਰੱਖ ਕੇ ਦੁੱਧ ਪਾ ਰਹੇ ਹੋ, ਤੇ ਉਹ ਸਾਰਾ ਨਾਲੀ ਰਾਹੀਂ ਜਿਹੜਾ ਹੌਲੀ ਹੌਲੀ ਹੈ ਉਹ ਤੁਹਾਡੇ ਗਟਰ ਤੱਕ ਪਹੁੰਚ ਜਾਣਾ। ਮਤਲਬ ਦੁੱਧ ਦੀ ਕੀ ਹੋਈ? ਬੇਕਦਰੀ। ਸੋ ਵੇਸਟੇਜ ਹੋਈ। ਹੁਣ ਤੁਹਾਡੀ ਇਸ ਵੇਲੇ ਜਿਹੜੀ ਆ ਉਹ ਬੇਕਦਰੀ ਹੋਣੀ ਹੈ। ਕਿਉਂ? ਕਿਉਂਕਿ ਤੁਸੀਂ ਵਾਧੂ ਮਾਤਰਾ ਦੇ ਵਿੱਚ ਜਿਹੜਾ ਹੈ ਉਹ ਇਹਨਾਂ ਮੁਲਕਾਂ ਦੇ ਵਿੱਚ ਆ ਗਏ ਹੋ। ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਵਾਧੂ ਹੀ ਰਹੋਗੇ। ਇੱਕ ਦਿਨ ਇਸ ਤਰ੍ਹਾਂ ਦਾ ਹੋਣਾ ਜਿੱਦਣ ਉਹ ਗਲਾਸ ਅਗਲੇ ਨੇ ਚੁੱਕ ਕੇ ਪਰਾਂ ਰੱਖ ਦੇਣਾ, ਅਗਲਾ ਗਲਾਸ ਖਾਲੀ ਅੱਗੇ ਕਰ ਦੇਣਾ ਕਿ ਹੁਣ ਇਹਦੇ ਵਿੱਚ ਪਾਓ ਦੁੱਧ। ਫਿਰ 200 ml ਐਕਸਟਰਾ ਜਿਹੜਾ ਦੂਸਰਾ ਤੁਹਾਡੇ ਕੋਲ ਹੈ ਉਹ ਉਹਦੇ ਵਿੱਚ ਪੈ ਜਾਣਾ। ਫਿਰ ਹੌਲੀ ਹੌਲੀ ਉਹ ਵੀ ਗਲਾਸ ਭਰ ਜਾਣਾ। ਫਿਰ ਵੇਸਟੇਜ ਹੋਊਗੀ, ਉਹਨੂੰ ਫਿਰ ਸਾਈਡ ਤੇ ਕਰ ਦਿੱਤਾ ਜਾਊਗਾ। ਫਿਰ ਵੱਡਾ ਜੱਗ ਆ ਜਾਣਾ ਕਿਸੇ ਦਿਨ, ਫਿਰ ਉਹ ਜੱਗ ਭਰਨਾ ਹੀ ਨਹੀਂ। ਠੀਕ ਹੈ ਜੀ। ਮਤਲਬ ਇਹ ਕਹਿਣ ਦਾ ਹੁੰਦਾ ਇਹ ਸਿਸਟਮ ਹੌਲੀ ਹੌਲੀ ਆਪਣੇ ਵਿੱਚ ਸਮਾਉਂਦਾ ਸਾਰਿਆਂ ਨੂੰ। ਜਿਹੜੇ ਇੱਥੇ ਲੋਕ ਆ ਗਏ ਉਹਨਾਂ ਨੇ ਸੈਟਲ ਹੋਣਾ। ਮੰਨ ਲਓ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦੇ ਦਿੰਦਾ, ਕਿਉਂਕਿ ਮੈਂ ਚਾਹੁੰਦਾ ਕਿ ਸਾਡੇ ਜਿਹੜੇ ਨੌਜਵਾਨ ਹੈਗੇ ਆ ਉਹ ਇਹਨਾਂ ਗੱਲਾਂ ਨੂੰ ਆਪਣੇ ਦਿਲਾਂ ਦੇ ਵਿੱਚ ਬਿਠਾ ਲੈਣ। ਸੋ ਇੱਕ ਸ਼ਹਿਰ ਹੈ ਯੂਕੇ ਦਾ, ਬਰਮਿੰਘਮ। ਹੁਣ ਬਰਮਿੰਘਮ ਦੇ ਵਿੱਚ ਅੱਜ ਜਿੰਨੀਆਂ ਵੀ ਪੰਜਾਬ ਤੋਂ ਸਟੂਡੈਂਟਸ ਦੀਆਂ ਫਲਾਈਟਾਂ ਜਿਹੜੀਆਂ ਉਤਰ ਰਹੀਆਂ ਯੂਕੇ ਦੇ ਵਿੱਚ, ਉਹ ਕੀ ਕਰਦੇ? ਲੰਡਨ ਉਤਰਨ ਭਾਵੇਂ ਹੀਥਰੋ 에ਅਰਪੋਰਟ ਤੇ, ਪਰ ਇੱਥੋਂ ਬੱਸ ਫੜ ਕੇ ਜਾਂ ਟੈਕਸੀ ਫੜ ਕੇ ਬਰਮਿੰਘਮ ਆ ਜਾਣਾ। ਬਰਮਿੰਘਮ ਆ ਕੇ ਉਹਨਾਂ ਨੇ ਕਮਰਾ ਲੈ ਕੇ ਰਹਿਣ ਲੱਗ ਪੈਣਾ। ਮਤਲਬ ਕਿ ਜਿਹੜਾ ਉਤਰਿਆ ਉਹਨੇ ਬਰਮਿੰਘਮ ਆ ਜਾਣਾ, ਜਿਹੜਾ ਉਤਰਿਆ ਉਹਨੇ ਲੰਡਨ ਚਲ ਜਾਣਾ, ਮੰਨ ਲਓ। ਸੋ ਇਹਨਾਂ ਸ਼ਹਿਰਾਂ ਦੇ ਵਿੱਚ ਫਿਰ ਜਦੋਂ ਤਾਦਾਦ ਜ਼ਿਆਦਾ ਹੋ ਗਈ ਸਟੂਡੈਂਟਸ ਦੀ, ਕੰਮ ਘਟ ਜਾਣੇ ਆ। ਉਹ ਤੁਹਾਨੂੰ ਪਤਾ ਹੈ, ਜੇ ਮੈਂ ਹੁਣ ਕੰਮ ਹੈ, ਮੇਰਾ ਕੋਈ ਬਿਜ਼ਨਸ ਹੈ, ਜੇ ਮੈਨੂੰ ਉੱਥੇ 5 ਬੰਦੇ ਚਾਹੀਦੇ ਆ ਤੇ ਮੈਂ 10 ਕਿਵੇਂ ਰੱਖ ਲੂੰਗਾ? 6 ਰੱਖ ਲੂੰਗਾ ਮੈਂ, ਚਲੋ ਇੱਕ ਵੱਧ ਰੱਖ ਲੈਨੇ ਯਾਰ, ਕੋਈ ਗੱਲ ਨਹੀਂ। ਪਰ ਮੈਂ 10 ਨਹੀਂ ਰੱਖ ਸਕਦਾ, ਕਿਉਂਕਿ ਮੈਂ ਪੱਲਿਓਂ ਪੈਸੇ ਦੇਣੇ ਆ, ਜੇਬ ਚੋਂ ਪੈਸੇ ਦੇਣੇ, ਮੈਨੂੰ ਆਮਦਨੀ ਨਹੀਂ ਇੰਨੀ, ਮੈਂ ਕਿੱਥੋਂ ਪੈਸੇ ਦਊਂਗਾ? ਸੋ ਉਹ ਜਦੋਂ 6 ਬੰਦੇ ਤੁਸੀਂ ਰੱਖ ਲਏ, ਉਹਨਾਂ ਨੇ ਕੰਮ ਕਰਨ ਲੱਗ ਪੈਣਾ। ਸੋ ਇਸ ਤਰੀਕੇ ਦੇ ਨਾਲ ਜੇ ਹੁਣ ਬਰਮਿੰਘਮ ਦੇ ਵਿੱਚ ਜ਼ਿਆਦਾ ਲੋਕ ਆ ਜਾਣਗੇ ਤਾਂ ਫਿਰ ਕੰਮ ਘਟਣੇ ਆ। ਪਰ ਇੱਕ ਦਿਨ ਕੀ ਹੋਣਾ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਸਿਸਟਮ ਹੌਲੀ ਹੌਲੀ ਸਮਾਉਂਦਾ ਹੈ। ਫਿਰ ਬਰਮਿੰਘਮ ਦੇ ਵਿੱਚ ਜਿਹੜੇ ਵਾਧੂ ਬੈਠੇ ਹੋਏ ਨੌਜਵਾਨ ਜਿਹੜੇ ਨੇ, ਉਹਨਾਂ ਦੇ ਵਿੱਚੋਂ ਕਿਸੇ ਨੂੰ ਮੈਨਚੈਸਟਰ ਕੰਮ ਮਿਲ ਜਾਣਾ, ਕਿਸੇ ਨੂੰ ਵੁਲਵਰਹੈਂਪਟਨ ਦੇ ਵਿੱਚ ਚੰਗੀ ਰਿਹਾਇਸ਼ ਮਿਲ ਜਾਣੀ ਹੈ, ਕਿਸੇ ਨੂੰ ਕੋਈ ਸਰਕਾਰੀ ਨੌਕਰੀ ਮਿਲ ਜਾਣੀ ਹੈ, ਉਹਨੇ ਦੂਸਰੇ ਲੰਡਨ ਵਰਗੇ ਸ਼ਹਿਰ 'ਚ ਚਲ ਜਾਣਾ। ਕਿਸੇ ਨੇ ਆਪਣਾ ਕਹਿੰਦਾ ਕੁਹਾਂਦਾ ਆਪਣਾ ਬਿਜ਼ਨਸ ਬੰਦ ਕਰਕੇ ਤੇ ਸਕਾਟਲੈਂਡ ਚਲੇ ਜਾਣਾ। ਮਤਲਬ ਕੰਮਾਂ ਕਾਰਾਂ ਵਾਲੇ ਵੀ ਆਪਣਾ ਛੱਡ ਕੇ ਐਡਜਸਟਮੈਂਟ ਜਿੱਧਰ ਨੂੰ ਚੰਗੀ ਹੁੰਦੀ ਆ ਉਹ ਜਾਂਦੇ ਰਹਿੰਦੇ ਨੇ।
ਸੋ ਇਹੀ ਕੁਦਰਤ ਦਾ ਜਿਹੜਾ ਅਸੂਲ ਹੈਗਾ, ਮਾਈਗ੍ਰੇਸ਼ਨ ਹੁੰਦੀ ਰਹਿੰਦੀ ਹੈ ਤੇ ਇਹ ਸਾਰਾ ਕੁਝ ਜਿਹੜਾ ਚੱਲਦਾ ਰਹਿੰਦਾ। ਸੋ ਉਹਦੇ ਫਿਰ ਉਹ ਗੈਪ ਭਰਨ ਦੇ ਲਈ ਨਵਿਆਂ ਦੀ ਵਾਰੀ ਆ ਜਾਣੀ ਹੈ। ਸੋ ਇਸ ਤਰੀਕੇ ਨਾਲ ਐਡਜਸਟਮੈਂਟ ਜਿਹੜੀ ਆ ਸਮੇਂ ਦਰ ਸਮੇਂ ਹੌਲੀ ਹੌਲੀ ਹੁੰਦੀ ਹੈ। ਕੰਮ ਸਾਰਿਆਂ ਨੂੰ ਮਿਲਣਗੇ, ਪੇਪਰ ਸਾਰਿਆਂ ਦੇ ਹੌਲੀ ਹੌਲੀ ਬਣਨਗੇ। ਸੋ ਠੰਡ ਰੱਖ ਕੇ ਚੱਲਣਾ ਜਿਹੜਾ ਹੈ ਉਹ ਸਮੇਂ ਦੀ ਮੁੱਖ ਜ਼ਰੂਰਤ ਹੈ। ਜਿਹੜਾ ਵਧੀਆ ਤਰੀਕੇ ਨਾਲ ਕਾਮ ਡਾਊਨ ਰਹਿ ਕੇ ਚੱਲਦਾ ਹੈ ਫਿਰ ਉਹ ਕਾਮਯਾਬ ਵੀ ਹੁੰਦਾ ਹੈ ਤੇ ਇੱਕ ਦਿਨ ਆਪਣੀ ਮੰਜ਼ਿਲ ਨੂੰ ਵੀ ਜਿਹੜਾ ਹੈ ਉਹ ਅਚੀਵ ਕਰ ਪਾਉਂਦਾ ਹੈ। ਸੋ ਇਹੀ ਵਿਧੀ ਦਾ ਵਿਧਾਨ ਹੈ, ਕੁਦਰਤ ਵੀ ਇਹੀ ਕਹਿੰਦੀ ਹੈ। ਜੀ ਦਲਜੀਤ ਸਿੰਘ ਜੀ, ਸਾਡੇ ਦਰਸ਼ਕਾਂ ਵਾਸਤੇ ਇਹੀ ਮੈਸੇਜ ਹੈ ਸਾਡੀ ਇਸ ਵੀਡੀਓ ਥਰੂ ਕਿ ਪ੍ਰੋਸੈਸ ਨੂੰ ਹੁੰਦੇ ਹੁੰਦੇ ਟਾਈਮ ਲੱਗਦਾ ਹੈ, ਔਖੀਆਂ ਸੌਖੀਆਂ ਕੱਟਣੀਆਂ ਪੈਂਦੀਆਂ ਨੇ, ਪਰ ਸਬਰ ਰੱਖੋ, ਅਖੀਰ ਤੁਸੀਂ ਆਪਣੀ ਮੰਜ਼ਿਲ ਤੱਕ ਜ਼ਰੂਰ ਪਹੁੰਚ ਜਾਓਗੇ। ਤਾਂ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਕਰ ਦਿਆ ਕਰੋ। ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਫੇਸਬੁੱਕ ਸਾਨੂੰ ਫੋਲੋ ਕਰਨਾ ਨਾ ਭੁੱਲਿਆ ਕਰੋ। ਧੰਨਵਾਦ।